ਕਿਸੇ ਇਲਾਕੇ ਦੇ ਵਿੱਚ 3 ਭਰਾ ਰਹਿੰਦੇ ਸਨ। ਵੱਡੇ ਦੋ ਨੇ ਫੈਸਲਾ ਕੀਤਾ, ਉਹਨੇ ਕਿਹਾ ਯਾਰ ਗੱਲ ਇਹ ਵੇ ਕਿ ਅਸੀਂ ਦੋਵੇਂ ਪੜ੍ਹਨੇ ਆ, ਪੜ੍ਹ ਲਿਖ ਕੇ ਨੌਕਰੀ ਲੱਗ ਜਾਵਾਂਗੇ ਤੇ ਤੂੰ ਨਾ ਮਾਂ ਪਿਓ ਵਡੇਰਾ ਤੇ ਇਹਨਾਂ ਦੀ ਖਿਦਮਤ ਕਰ। ਚਲੋ ਇਹਨਾਂ ਦੀ ਖਿਦਮਤ ਕਰੇਗਾ, ਅਸੀਂ ਤੈਨੂੰ ਤੇਰਾ ਖਰਚਾ ਪਾਣੀ ਸ਼ਾਦੀ ਸ਼ੁਦੀ ਸਾਰਾ ਕੁਝ ਕਰਾਂਗੇ। ਉਸ ਆਖਿਆ ਠੀਕ ਹੈ ਜਿਵੇਂ ਭਾਈਆ ਤੁਸੀਂ ਆਂਦੇ ਉਂਝ ਕਰ ਲੈਣਾ, ਜਦੋਂ ਸਲੂਕ ਹੋਣ। ਚਲੋ ਉਹਨੇ ਆਖਿਆ ਵੀ ਠੀਕ ਹੈ। ਇਹ ਦੋਵੇਂ ਭਰਾ ਵੱਡੇ ਪੜਨ ਲੱਗ ਪਏ, ਨਿੱਕੇ ਨੇ ਨਾ ਕੋ ਨਾਲ ਮਾਂ ਪਿਓ ਦੀ ਖਿਦਮਤ ਕਰਨੀ ਕੋ ਮਾੜਾ ਮੋਟਾ ਕੰਮ ਸ਼ਾਮੇ ਦਿਹਾੜੀ ਦੂੜੀ ਤੇ ਟੁਰ ਜਾਣਾ ਕਰਨਾ, ਕੋਈ ਉਹਨਾਂ ਦੀਆਂ ਫੀਸਾਂ ਫੂਸਾਂ ਸਾਰੀਆਂ ਨੇ ਪੂਰੀਆਂ ਕਰਨੀਆਂ। ਚਲੋ ਪੜ੍ਹ ਲਿਖ ਕੇ ਨਾ ਤੇ ਬਾਦਸ਼ਾਹ ਦੀ ਖਿਦਮਤ ਵਿੱਚ ਨੌਕਰੀ ਲੱਗ ਗਈ, ਯਾਨੀ ਬਾਦਸ਼ਾਹ ਦੇ ਵਜ਼ੀਰ ਲੱਗ ਗਏ। ਕੋਈ ਅਰਸਾ ਗੁਜ਼ਰਿਆ ਨਾ ਤੇ ਇਹ ਜਿਹੜਾ ਮਾਂ ਪਿਓ ਸੀ ਇਹ ਫੌਤ ਹੋ ਗਿਆ। ਇਹ ਦੋ ਵਜ਼ੀਰ ਭਰਾ ਜਿਹੜੇ ਲੱਗੇ ਸਨ ਨੌਕਰੀ ਤੇ, ਇਹਨਾਂ ਨੇ ਆਖਿਆ ਯਾਰ ਗੱਲ ਇਹ ਵੇ ਕਿ ਹੁਣ ਸਾਨੂੰ ਇਹਦੀ ਲੋੜ ਕੋ ਨਹੀਂ ਰਹਿ ਗਈ, ਕਿਉਂਕਿ ਮਾਂ ਪਿਓ ਵਾਸਤੇ ਰੱਖਿਆ ਸੀ ਤੇ ਮਾਂ ਪਿਓ ਹੋ ਗਏ ਨੇ ਫੌਤ। ਉਹਨਾਂ ਉਸ ਨਿੱਕੇ ਭਰਾ ਨੂੰ ਆਖਿਆ ਵੀ ਹੁਣ ਨਾ ਵਕਤ ਲੰਘ ਗਿਆ, ਮਾਂ ਪਿਓ ਵਾਸਤੇ ਰੱਖਿਆ ਸੀ, ਮਾਂ ਪਿਓ ਹੋ ਗਏ ਨੇ ਫੌਤ ਤੇ ਹੁਣ ਤੇਰੀ ਸ਼ਾਦੀ ਵੀ ਹੋ ਗਈ ਹੈ, ਨਵੀਂ ਸ਼ਾਦੀ ਹੋ ਗਈ ਤੇਰੀ, ਤੇ ਹੁਣ ਤੂੰ ਆਪਣੀ ਪਕਾ ਤੇ ਆਪਣੀ ਖਾ। ਉਸ ਆਖਿਆ ਭਾਈਆ ਮੈਂ ਸਾਰੀ ਜ਼ਿੰਦਗੀ ਪੜ੍ਹਿਆ ਨਹੀਂ, ਕੁਝ ਕਮਾਇਆ ਨਹੀਂ, ਕੁਝ ਬਣਾਇਆ ਨਹੀਂ, ਤੁਹਾਡੇ ਆਸਰੇ ਤੇ ਰਿਹਾ, ਤੇ ਹੁਣ ਤੁਸੀਂ ਅਜੇ ਅੱਜ ਵੀ ਨਹੀਂ ਜ਼ਿੰਦਗੀ ਦਾ ਹੋਇਆ ਤੇ ਤੁਸੀਂ ਛੱਡ ਕੇ ਜਾ ਰਹੇ ਹੋ, ਇਹ ਕੀ ਕਰਦੇ ਪਏ ਹੋ ਮੇਰੇ ਨਾਲ। ਉਹਨਾਂ ਆਖਿਆ ਵੀ ਸਾਡਾ ਨਹੀਂ ਗੁਜ਼ਾਰਾ ਹੁੰਦਾ। ਚਲੋ ਉਹਨਾਂ ਨੇ ਨਾ ਇਹ ਗੱਲ ਕਰ ਦਿੱਤੀ ਨਾ ਜਦੋਂ, ਤੇ ਇਹ ਜਿਹੜੀ ਬੀਵੀ ਸੀ ਇਹਨੇ ਆਖਿਆ ਵੀ ਕੋਈ ਗੱਲ ਨਹੀਂ ਅਸੀਂ ਆਪਣੀ ਵੱਖਰੀ ਪਕਾ ਲੈਨੇ ਆ। ਇਹਨਾਂ ਦੋਵਾਂ ਨੇ ਨਾ ਆਪਣੀ ਵੱਖਰੀ ਪਕਾ ਲਈ, ਦੋ ਜੀਆਂ ਨੇ। ਇੱਕ ਦਿਨ ਬੀਵੀ ਆਖਣ ਲੱਗੀ ਵੀ ਚੱਲ ਅੱਲਾ ਦੇ ਬੰਦਾ ਮੈਂ ਤੇਰਾ ਕੋਈ ਨਾ ਹੱਲ ਕੱਢਣੀ ਆ, ਸਾਰੀ ਜ਼ਿੰਦਗੀ ਤੂੰ ਰੋਲ ਦਿੱਤੀ ਹੈ, ਚਲੋ ਮੈਂ ਤੇਰੇ ਵਾਸਤੇ ਨਾ ਕੋਈ ਹੱਲ ਕੱਢਣੀ ਆ। ਇਹ ਆਪਣੇ ਮਾਪਿਆਂ ਤੇ ਗਈ, ਮਾਪਿਆਂ ਤੇ ਜਾ ਕੇ ਨਾ ਕੋਈ ਪੈਸੇ ਆਂਦੇ, ਕੋਈ ਪੈਸੇ ਲਿਆ ਕੇ ਨਾ ਤੇ ਆਪਣੇ ਬੰਦੇ ਨੂੰ ਆਖਿਆ ਵੀ ਇੰਜ ਕਰ, ਸੋਹਣੀ ਜੁੱਤੀ ਤੇ ਸੋਹਣਾ ਕਪੜਾ ਚਿੱਟੇ ਰੰਗ ਦਾ ਸੂਟ ਉਹ ਲੈ ਕੇ ਆ ਤੇ ਇੱਕ ਖੁੰਡੀ ਲੈ ਕੇ ਆ। ਉਹ ਜਨਾਬ ਸ਼ਹਿਰ ਗਿਆ, ਜਾ ਕੇ ਉਹਨੇ ਸੋਹਣਾ ਸੂਟ ਤੇ ਸੋਹਣੀ ਖੁੱਸੇ ਵਾਲੀ ਜੁੱਤੀ ਪੱਗ ਜੀ ਉੱਤੇ ਬੰਨੀ ਹੋਈ, ਤੇ ਉਹਨੇ ਕਿਹਾ ਕਰਨਾ ਕੀ ਹੈ। ਉਸ ਆਖਿਆ ਤੂੰ ਜਾਣਾ ਬਾਦਸ਼ਾਹ ਦੀ ਖਿਦਮਤ ਵਿੱਚ, ਤੇ ਉਹਨੂੰ ਜਾ ਕੇ ਆਖਣਾ ਕਿ ਮੈਂ ਬੜਾ ਸਿਆਣਾ ਤੇ ਦਨਾ ਬੰਦਾ ਵਾਂ, ਨਫੀਸ ਜਿਹਾ ਬੰਦਾ ਵਾਂ, ਆ ਜਿਹੜੇ ਤੁਸੀਂ ਦੋ ਵਜ਼ੀਰ ਰੱਖੇ ਨੇ ਨਾ ਇਹਨਾਂ ਨਾਲੋਂ ਵੀ ਮੈਂ ਬਹੁਤਾ ਸਿਆਣਾ ਵਾਂ। ਇਹਨੇ ਆਖਿਆ ਅੱਲਾ ਦੀ ਇਹ ਬੰਦੀ ਹੈ, ਮੈਨੂੰ ਅਕਲ ਵੀ ਕੋਈ ਨਹੀਂ, ਮੈਨੂੰ ਸ਼ੌਰ ਕੋਈ ਨਹੀਂ, ਮੈਨੂੰ ਸਮਝ ਕੋਈ ਨਹੀਂ, ਮੈਨੂੰ ਕਿਹੜੇ ਕੰਮ 'ਚ ਪਾਣ ਲੱਗੀ। ਉਸ ਆਖਿਆ ਟੈਨਸ਼ਨ ਨਾ ਲਓ, ਤੂੰ ਜਾ, ਨੌਕਰੀ ਲੱਭ ਗਈ, ਨਾ ਲੱਭੀ ਤੇ ਨਾ ਸੀ। ਇਸ ਆਖਿਆ ਚਲੋ ਠੀਕ ਹੈ। ਇਹ ਬਾਦਸ਼ਾਹ ਦੀ ਖਿਦਮਤ ਵਿੱਚ ਚਲਾ ਗਿਆ, ਉੱਥੇ ਮੁਨਸ਼ੀ ਬੈਠਾ ਹੋਇਆ ਸੀ। ਮੁਨਸ਼ੀ ਨੂੰ ਇਹ ਮਿਲਿਆ, ਇਹਨੇ ਆਖਿਆ ਵੀ ਮੈਂ ਬਾਦਸ਼ਾਹ ਦੀ ਖਿਦਮਤ ਵਿੱਚ ਹਾਜ਼ਰ ਹੋਣਾ ਚਾਹੁੰਦਾ ਤੇ ਮੈਂ ਬੜਾ ਸਿਆਣਾ ਤੇ ਦਨਾ ਬੰਦਾ ਵਾਂ, ਆ ਜਿਹੜੇ ਵਜ਼ੀਰ ਤੁਸੀਂ ਦੋ ਰੱਖੇ ਹੋਏ ਨਾ ਇਹਨਾਂ ਨਾਲੋਂ ਮੈਂ ਢੇਰ ਸਿਆਣਾ ਵਾਂ, ਮੈਨੂੰ ਬਹੁਤੀ ਅਕਲ ਹੈ। ਉਸ ਆਖਿਆ ਠੀਕ ਹੈ। ਉਹ ਮੁਨਸ਼ੀ ਨੇ ਬਾਦਸ਼ਾਹ ਦੀ ਖਿਦਮਤ ਵਿੱਚ ਅਰਜ਼ ਕੀਤੀ ਕਿ ਬੰਦਾ ਆਂਦਾ ਕਿ ਮੈਂ ਨੌਕਰੀ ਕਰਨਾ ਚਾਹੁੰਦਾ ਵਾਂ। ਬਾਦਸ਼ਾਹ ਨੇ ਕਹਿੰਦਾ ਇਮਤਿਹਾਨ ਲੈ। ਉਹਨੇ ਆਖਿਆ ਠੀਕ ਹੈ। ਉਹਨੂੰ ਵੱਡੇ ਭਰਾਵਾਂ ਆਖਿਆ ਵੀ ਸਾਡੇ ਮੁਕਾਬਲੇ ਤੇ ਆ ਕੇ ਖਲੋ ਰਿਹਾ। ਮੁਨਸ਼ੀ ਨੇ ਕੀ ਕੀਤਾ ਕਿ ਆਪਣੀ ਮੁੱਠ ਦੇ ਵਿੱਚ ਨਾ ਟਿੱਡੀ ਰੱਖੀ, ਆ ਟਿੱਡੇ ਜਿਹੜੇ ਹੁੰਦੇ ਨੇ ਇਹ ਟਿੱਡੇ ਮੂੰਹ ਦੇ ਮੁੱਠੀ ਦੇ ਵਿੱਚ ਬੰਦ ਕੀਤੇ ਤੇ ਇਹ ਵੱਡਾ ਭਰਾ ਦੇ ਸਾਹਮਣੇ ਕੀਤੇ। ਆਖਿਆ ਹਾਂ ਵੀ ਦੱਸ ਇਹਦੇ ਚ ਕੀ ਹੈ। ਉਹ ਵੱਡਾ ਵਜ਼ੀਰ ਸੀ ਨਾਲ ਵੱਡਾ ਭਰਾ ਸੀ। ਉਹਨੇ ਆਖਿਆ ਵੀ ਇਹਦੇ ਚ ਮੁਨਸ਼ੀ ਸਾਹਿਬ ਕੀ ਹੋਣਾ, ਸੋਨਾ ਹੀ ਹੋਣਾ, ਹੋਰ ਕੀ ਹੋਣਾ। ਉਸ ਆਖਿਆ ਨਹੀਂ। ਦੂਸਰੇ ਭਰਾ ਨੂੰ ਪੁੱਛਿਆ, ਆਖਿਆ ਹਾਂ ਵੀ ਦੱਸ ਇਹ ਮੇਰੀ ਮੁੱਠੀ ਚ ਕੀ ਹੈ। ਉਸ ਆਖਿਆ ਇਹਨੇ ਸੋਨਾ ਆਖਿਆ ਤੇ ਮੈਂ ਹੀਰਾ ਆਖ ਦੇਣਾ ਵਾ। ਉਸ ਆਖਿਆ ਮੁਨਸ਼ੀ ਸਾਹਿਬ ਇਹ ਤੁਹਾਡੀ ਮੁੱਠੀ ਦੇ ਵਿੱਚ ਹੀਰਾ। ਉਸ ਆਖਿਆ ਨਹੀਂ ਫੇਲ ਹੋ ਗਿਆ ਤੂੰ। ਉਹ ਤੀਸਰਾ ਭਰਾ ਸੀ ਨਾ ਜਿਹੜਾ ਨੌਕਰੀ ਲੈਣ ਵਾਸਤੇ ਆਇਆ ਸੀ, ਉਹਨੂੰ ਪੁੱਛਿਆ, ਉਹਨੇ ਕਿਹਾ ਹਾਂ ਵੀ ਦੱਸ ਇਹਦੇ ਚ ਕੀ ਹੈ। ਇਹਦੇ ਮੂੰਹ ਇਹ ਗੱਲ ਨਿਕਲ ਗਈ, ਐਸਾ ਕਿ ਟਿੱਡਿਆ ਅੱਜ ਤੇ ਫਸ ਗਿਆ ਨਾ। ਇਹਨੇ ਜਦੋਂ ਇੰਨੀ ਗੱਲ ਕੀਤੀ ਨਾ ਵਜ਼ੀਰ ਨੇ ਮੁੱਠੀ ਖੋਲੀ, ਉਸ ਆਖਿਆ ਵਾਕਈ ਟਿੱਡਾ ਇਹਦੇ ਵਿੱਚ। ਇਹ ਨਾ ਬਾਦਸ਼ਾਹ ਬੜਾ ਹੈਰਾਨ ਹੋਇਆ, ਸਕਾ ਯਾਰ ਏਡਾ ਸਿਆਣਾ ਤੇ ਦਨਾ ਬੰਦਾ, ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਇਹਦੀ ਮੁੱਠੀ ਟਿੱਡਾ। ਉਹਨੇ ਦੋ ਭਰਾਵਾਂ ਦੀ ਛੁੱਟੀ ਕਰਾਈ ਤੇ ਇਹਨੂੰ ਵਜ਼ੀਰ ਰੱਖ ਲਿਆ। ਜਦੋਂ ਇਹਨੂੰ ਵਜ਼ੀਰ ਰੱਖ ਲਿਆ ਨਾ ਤੇ ਇਹ ਬੜਾ ਰਾਜੀ ਖੁਸ਼, ਤਨਖਾਹ ਦਿੱਤੀ, ਇਨਾਮ ਕਰਾਮ ਪਹਿਲੇ ਦਿਨ ਲੱਭ ਗਿਆ। ਇਹ ਘਰ ਗਿਆ ਤੇ ਬੀਵੀ ਨੂੰ ਜਾ ਕੇ ਆਂਦਾ ਕਿ ਅੱਲਾ ਦੀ ਇਹ ਬੰਦੀਏ ਅੱਜ ਤੇ ਮੇਰਾ ਲੱਗ ਗਿਆ ਤੁੱਕਾ ਤੇ ਮੇਰੀ ਨੌਕਰੀ ਵੀ ਲੱਗ ਗਈ ਹੈ, ਲੇਕਿਨ ਇਹ ਤੇ ਤੁੱਕਾ ਲੱਗਿਆ ਤੇ ਅੱਗੋਂ ਕੀ ਬਣੇਗਾ। ਉਸ ਆਖਿਆ ਜਿਹੜੇ ਰੱਬ ਨੇ ਅੱਜ ਤੁੱਕਾ ਲਾਇਆ ਨਾ ਅੱਗੋਂ ਵੀ ਉਹ ਰੱਬ ਲਾਇਆ। ਹੱਸੇ ਖੇਡੇ ਉਹਨਾਂ ਰਾਤ ਗੁਜ਼ਾਰੀ ਤੇ ਉਹ ਸਵੇਰ ਹੋਈ, ਸਵੇਰੇ ਵਜ਼ੀਰ ਫਿਰ ਕੰਮ ਤੇ ਚਲਾ ਗਿਆ। ਉਹ ਫਿਰ ਕੋਈ ਇਹੋ ਜਿਹੇ ਕੇਸ ਕਿਹੜਾ ਰੋਜ਼ ਆਉਂਦੇ ਹੁੰਦੇ ਨੇ। ਕੋਈ ਵਕਤ ਗੁਜ਼ਰਿਆ, ਫਿਰ ਇੱਕ ਕੇਸ ਆਇਆ। ਕੇਸ ਕੀ ਸੀ ਕਿ ਉਹ ਬਾਦਸ਼ਾਹ ਦੀ ਬੇਟੀ ਨਾ ਉੱਥੇ ਹਾਲ ਦੇ ਵਿੱਚ ਖੇਡਦੀ ਪਈ ਸੀ, ਹੌਜ਼ ਦੇ ਆਲੇ ਦੁਆਲੇ ਉੱਥੇ ਬਤਖਾਂ ਵੀ ਸਨ। ਖੇਡਦਿਆਂ ਕਹਿੰਦਾ ਉਹਦਾ ਹਾਰ ਡਿੱਗ ਗਿਆ ਸੋਨੇ ਦਾ, ਇਹ ਇੱਕ ਬਤਖ ਦੇ ਮੂੰਹ ਵਿੱਚ ਚਲਾ ਗਿਆ। ਇਹ ਵਜ਼ੀਰ ਵਹਿੰਦਾ ਪਿਆ ਸੀ। ਵਜ਼ੀਰ ਨੇ ਕੀ ਕੀਤਾ ਕਿ ਫਟਾਫਟ ਵੱਟਾ ਫੜ ਕੇ ਨਾ ਤੇ ਬਤਖ ਨੂੰ ਮਾਰ ਦਿੱਤਾ। ਬਤਖ ਦੀ ਇੱਕ ਟੰਗ ਟੁੱਟ ਗਈ, ਇੱਕ ਲੱਤ ਟੁੱਟ ਗਈ ਤੇ ਇਹ ਜਿਹੜੇ ਨੂੰ ਲੰਗਾ ਕੇ ਟੁਰਨ ਲੱਗ ਪਏ। ਉਹ ਬੇਟੀ ਬਾਦਸ਼ਾਹ ਦੀ ਖਿਦਮਤ ਵਿੱਚ, ਆਪਣੇ ਪਿਓ ਦੀ ਖਿਦਮਤ ਵਿੱਚ ਹਾਜ਼ਰ ਹੋਈ ਤੇ ਉਹਨਾਂ ਆਂਦੀ ਹੈ ਕਿ ਬਾਦਸ਼ਾਹ ਸਲਾਮਤ ਵਾਲੇ ਸਾਹਿਬ, ਅੱਬਾ ਜਾਨ ਮੇਰਾ ਉਹ ਸੋਨੇ ਦਾ ਜਿਹੜਾ ਹਾਰ ਸੀ ਨਾ, ਗਾਨੀ ਸੀ, ਉਹ ਮੇਰੀ ਕਿਤੇ ਗਵਾਚ ਗਈ ਤੇ ਮੈਨੂੰ ਨਵੀਂ ਲੈ ਕੇ ਦਿਓ। ਉਹ ਬਾਦਸ਼ਾਹ ਸੀ, ਉਹਨੇ ਕਿਹਾ ਕੋਈ ਨਹੀਂ ਗੱਲ ਨਵੀਂ ਲੈ ਦਿੰਦੇ, ਪਰ ਉਹ ਜਿਹੜਾ ਵਜ਼ੀਰ ਰੱਖਿਆ ਹੋਇਆ ਉਹ ਕਿਹੜੇ ਕੰਮ ਵਾਸਤੇ ਰੱਖਿਆ, ਇਹਨਾਂ ਕੰਮ ਵਾਸਤੇ ਰੱਖਿਆ ਹੋਇਆ ਨਾ। ਉਸ ਵਜ਼ੀਰ ਨੂੰ ਬੁਲਾਇਆ, ਉਹਨੇ ਕਿਹਾ ਹਾਂ ਬਈ ਆ ਮੇਰੀ ਧੀ ਇਹਦੀ ਗਾਨੀ ਡਿੱਗ ਗਈ ਸੋਨੇ ਦੀ ਤੇ ਇਹ ਲੱਭ ਕਿੱਥੇ ਵੇ। ਉਹ ਸਕਿਆ ਰੌਲਾ ਹੀ ਕੋਈ ਨਹੀਂ ਜੀ, ਸਵੇਰੇ ਲੱਭ ਦਿਆਂਗੇ। ਸਵੇਰ ਹੋਈ ਤੇ ਸਵੇਰੇ ਉਹ ਬਾਦਸ਼ਾਹ ਨੂੰ ਉਸ ਵਜ਼ੀਰ ਨੇ ਆਖਿਆ ਵੀ 100 ਬਤਖ ਇਕੱਠੀ ਕਰੋ। ਉਸ ਆਖਿਆ ਠੀਕ। ਉਹ 100 ਬਤਖਾਂ ਇਕੱਠੀਆਂ ਕੀਤੀਆਂ ਗਈਆਂ। ਉਹਨਾਂ ਵਿੱਚ ਉਹ ਵੀ ਬਤਖ ਸੀ ਜਿਹੜੀ ਲੰਗਾਂਦੀ ਪਈ ਸੀ। ਉਹਨੇ ਆਖਿਆ ਵੀ ਉਹ ਜਿਹੜੀ ਲੰਗਾਂਦੀ ਪਈ ਹੈ ਨਾ ਬਤਖ, ਉਹਨੂੰ ਜ਼ਿਬਾ ਕਰੋ। ਉਹਨਾਂ ਆਖਿਆ, ਬਾਦਸ਼ਾਹ ਨੇ ਆਖਿਆ ਕਿਵੇਂ ਦਾ ਕੰਮ ਕਰਦਾ ਪਿਆ, ਇਹਦੇ ਕੋਲ ਕੀ ਲੱਭਣਾ ਤੈਨੂੰ, ਇਹ ਕੀ ਮਤਲਬ।
ਉਸ ਆਖਿਆ ਕਰੋ ਸੇ ਜ਼ਿਬਾ। ਉਹ ਜ਼ਿਬਾ ਕੀਤਾ ਤੇ ਉਹਦੇ ਵਿੱਚੋਂ ਗਾਨੀ ਨਿਕਲ ਆਈ। ਬਾਦਸ਼ਾਹ ਬੜਾ ਖੁਸ਼ ਹੋਇਆ, ਰਾਜ਼ੀ ਹੋਇਆ, ਬੜਾ ਹੈਰਾਨ ਹੋਇਆ। ਉਸ ਨਾਲ ਖੁਸ਼ ਰਾਜ਼ੀ ਹੋ ਕੇ ਤੇ ਇਹਨੂੰ ਵਾਵਾ ਇਨਾਮ ਕਰਾਮ ਦੇ ਦਿੱਤਾ, ਤਨਖਾਹ ਵੀ ਡਬਲ ਕਰ ਦਿੱਤੀ। ਵੀ ਸਮਝ ਕਰਕੇ 5 ਲੱਖ ਤਨਖਾਹ ਸੀ ਜਾਂ 10 ਲੱਖ ਸੀ ਨਾ, ਤੇ ਉਹਦੀ ਵਜ਼ੀਰ ਦੀ ਤਨਖਾਹ 20 ਲੱਖ ਹੋ ਗਈ। ਇਹ ਘਰ ਆਇਆ, ਪੁੱਠੀਆਂ ਛਾਲਾਂ ਮਾਰਿਆ ਕਿ ਲੈ ਅੱਲਾ ਦੀ ਬੰਦਗੀ, ਅੱਜ ਵੀ ਤੁੱਕਾ ਲੱਗ ਗਈ। ਤੇ ਰੋਜ਼-ਰੋਜ਼ ਤੁੱਕੇ ਨਹੀਂ ਲੱਗਦੇ ਤੇ ਮੈਂ ਨਾ ਕਿਸੇ ਤਰੀਕੇ ਜਾਨ ਛਡਾ ਲਈਏ। ਉਹ ਬੀਵੀ ਆਂਦੀ ਹੈ ਕਿ ਜੇ ਰੱਬ ਨੇ ਅੱਗੇ ਤੁੱਕਾ ਲਾ ਕੇ ਬਚਾ ਲਿਆ ਨਾ, ਤੇ ਹੁਣ ਵੀ ਰੱਬ ਹੀ ਉਹ ਤੁੱਕਾ ਲਵਾਏਦਾ, ਕੋਈ ਗੱਲ ਨਹੀਂ। ਚਲੋ ਕੋਈ ਵਕਤ ਗੁਜ਼ਰਿਆ ਤੇ ਬਾਦਸ਼ਾਹ ਦਾ ਖਜ਼ਾਨਾ ਚੋਰੀ ਹੋ ਗਿਆ। ਜਦੋਂ ਖਜ਼ਾਨਾ ਚੋਰੀ ਹੋਇਆ ਨਾ, ਤੇ ਉਹਨੇ ਫਿਰ ਇਸ ਵਜ਼ੀਰ ਨੂੰ ਬੁਲਾ ਲਿਆ। ਇਹਨੂੰ ਆਖਿਆ ਹਾਂ ਵੀ ਮੇਰਾ ਖਜ਼ਾਨਾ ਚੋਰੀ ਹੋ ਗਿਆ। ਇਹ ਤੇ ਬਾਕੀ ਸੱਚੀ ਮੁੱਚੀ ਪਰੇਸ਼ਾਨ ਹੋ ਗਿਆ। ਸਕਿਆ ਵੀ ਅੱਗੇ ਤੇ ਚਲੋ ਬਚ ਗਏ ਤੇ ਹੁਣ ਤੇ ਹੱਲ ਵੀ ਕੋਈ ਨਹੀਂ ਸਾਡੇ ਕੋਲ, ਕੀ ਕਰੀਏ। ਚਲੋ ਇਹ ਸਕਿਆ ਬਾਦਸ਼ਾਹ ਸਲਾਮਤ ਮੈਨੂੰ 8 ਦਿਨਾਂ ਦਾ ਟਾਈਮ ਦਿਓ। 8 ਦਿਨਾਂ ਦਾ ਬਾਦਸ਼ਾਹ ਨੇ ਸਲਾਮਤ ਨੇ ਟਾਈਮ ਦੇ ਦਿੱਤਾ। ਉਹਨੇ ਕਿਹਾ ਠੀਕ ਹੈ ਤੇਰੇ ਕੋਲ 8 ਦਿਨਾਂ ਦਾ ਟਾਈਮ ਹੈ, ਪਰ ਮੈਨੂੰ ਇਹ ਚੋਰ ਚਾਹੀਦੇ ਨੇ, ਖਜ਼ਾਨਾ ਚਾਹੀਦਾ। ਉਸ ਆਖਿਆ ਠੀਕ ਹੈ। ਉਹ ਘਰ ਆਇਆ, ਬੀਵੀ ਨੂੰ ਆਂਦਾ ਲੈ ਵੀ ਖਜ਼ਾਨਾ ਚੋਰੀ ਹੋ ਗਿਆ ਬਾਦਸ਼ਾਹ ਦਾ, ਤੇ ਹੁਣ ਕੀ ਕਰੀਏ। ਉਸ ਆਖਿਆ ਰੱਬ ਨੇ ਅੱਗੇ ਵੀ ਤੁੱਕਾ ਲਾਇਆ ਤੇ ਕੋਈ ਤੁੱਕਾ ਲਾਏਗਾ ਹੀ ਨਾ। ਚਲੋ ਕੁਝ 7 ਦਿਨ ਗੁਜ਼ਰ ਗਏ ਤੇ ਕੋਈ ਸਮਝ ਨਾ ਗੱਲ ਦੀ ਆਈ। ਜਿੰਨਾ ਖਜ਼ਾਨਾ ਚੋਰੀ ਕੀਤਾ ਸੀ ਨਾ, ਉਹ ਬੰਦੇ ਸਨ 8। ਉਹਨਾਂ 8 ਨੂੰ ਇਹ ਗੱਲ ਦਾ ਖਿਆਲ ਆਇਆ। ਉਸ ਆਖਿਆ ਵੀ ਉਹ ਵਜ਼ੀਰ ਏ, ਉਹਨੇ ਪੂਰੇ ਮਜਮੇ 'ਚ ਐਲਾਨ ਕੀਤਾ ਕਿ 8ਵੇਂ ਦਿਨ ਚੋਰ ਜਾਂ ਖਜ਼ਾਨਾ ਲੱਭ ਜਾਏਗਾ, ਤੇ ਅਸੀਂ ਭਜਦੇ ਜਾਈਏ ਨਾ ਉਹਦੇ ਕੋਲ। ਉਹਨੂੰ ਪਤਾ ਲੱਗ ਗਿਆ ਹੋਣਾ ਸਾਡਾ, ਤੇ ਉਹਨੇ ਸਵੇਰੇ ਜੋ ਸਾਨੂੰ ਬੇਨਕਾਬ ਕਰਨਾ ਤੇ ਪਹਿਲਾਂ ਜਾ ਕੇ ਮੁਕਮਕਾ ਕਰ ਲਈਏ। ਉਹ ਜਿਹੜੇ 8 ਚੋਰ ਸਨ, ਰਾਤ ਪਈ ਤੇ ਉਹ ਉਸ ਵਜ਼ੀਰ ਦੇ ਘਰ ਆ ਗਏ। ਉਹ ਜਿਹੜਾ 8ਵਾਂ ਸੀ, ਉਸ ਆਖਿਆ ਮੈਂ ਪਿਸ਼ਾਬ ਕਰ ਲਵਾਂ ਤੇ ਤੁਸੀਂ ਨਾ ਸੱਤੇ ਜਾਓ। ਉਹ ਸੱਤੇ ਅੰਦਰ ਵੜਨ ਲੱਗੇ ਨੇ ਨਾ, ਤੇ ਉਹਦੇ ਮੂੰਹੋਂ ਇਹ ਗੱਲ ਨਿਕਲ ਗਈ। ਉਸ ਆਖਿਆ 7 ਲੰਘ ਗਏ ਨੇ ਤੇ 8ਵਾਂ ਰਹਿ ਗਿਆ। ਉਹਨੇ ਤੇ ਇਹ ਗੱਲ ਕੀਤੀ ਨਾ ਵੀ 7 ਦਿਨ ਲੰਘ ਗਏ ਨੇ ਤੇ 8ਵਾਂ ਦਿਨ ਰਹਿ ਗਿਆ, ਤੇ ਸਵੇਰੇ ਫੈਸਲਾ ਹੋ ਜਾਣਾ, ਕੀ ਕਰਾਂਗਾ। ਉਹ ਇਹ ਗੱਲ ਕਰਦਾ ਪਿਆ, ਇਹਨਾਂ ਨੂੰ ਪੱਕ ਹੋ ਗਿਆ। ਐਸਾ ਕਰ ਲੈ ਬਈ ਇਹ ਤੇ ਬੜਾ ਕੁਝ ਜਾਣੀ ਜਾਣ ਬੰਦਾ। ਇਸ ਆਖਿਆ ਵੀ 7 ਲੰਘ ਗਏ ਨੇ, ਇਹਨੂੰ ਵੀ ਪਤਾ ਕਿ 8ਵਾਂ ਪਿਸ਼ਾਬ ਕਰਨ ਟੁਰ ਗਿਆ। ਉਹ ਜਿਹੜਾ 8ਵਾਂ ਸੀ ਨਾ, ਉਹਨੂੰ ਵੀ ਫਟਾਫਟ ਬੁਲਾਇਆ। ਉਸ ਆਖਿਆ ਛੇਤੀ ਆ ਪਾਸ ਗਏ, ਸੱਚੀ ਮੁੱਚੀ ਪਾਸ ਗਏ। ਉਹ 8 ਬੰਦੇ ਆਏ ਤੇ 8 ਬੰਦੇ ਆ ਕੇ ਵਜ਼ੀਰ ਦੇ ਪੈਰ ਫੜ ਲਏ। ਉਹਨੂੰ ਆਖਿਆ ਵੀ ਅੱਲਾ ਦੇ ਬੰਦਿਆ ਸਾਨੂੰ ਮਾਫ ਕਰ ਦੇ, ਜਾਂ ਕੋਈ ਐਸਾ ਹੱਲ ਕੱਢ, ਸਾਨੂੰ ਪਤਾ ਲੱਗ ਗਿਆ ਕਿ ਤੈਨੂੰ ਪਤਾ ਲੱਗ ਗਿਆ, ਤੇ ਇੰਜ ਕਰ ਕੋਈ ਹੱਲ ਕੱਢ। ਉਸ ਰੱਬ ਵੱਲ ਵੇਖਿਆ। ਉਸ ਆਖਿਆ ਰੱਬਾ ਸੋਹਣਿਆ, ਅਖੀਰ ਨੂੰ ਕਰ ਛੜੀ ਹੋਈ ਤੇ ਆਪਣੀ ਕਰਾਮਤ ਵਾਲੀ। ਉਸ ਆਖਿਆ ਮੈਨੂੰ ਪਤਾ ਲੱਗ ਗਿਆ ਸੀ ਤੁਸੀਂ 8 ਹੋ ਤੇ 8 ਨੇ ਖਜ਼ਾਨਾ ਚੋਰੀ ਕੀਤਾ ਹੈ, ਤੇ ਮੈਂ ਦੱਸਾਂ ਸਵੇਰੇ ਐਲਾਨ ਕਰਾਂਗਾ। ਚਲੋ ਆਪਣੇ ਆਪ ਅੱਜ ਆ ਜਾਣ ਤੇ ਬਿਹਤਰ ਹੈ। ਚਲੋ ਤੁਸੀਂ ਆ ਗਏ ਹੋ ਤੇ ਹੁਣ ਤੁਹਾਡਾ ਕੋਈ ਹੱਲ ਕੱਢ ਲੈਨੇ ਆ। ਉਹਨਾਂ ਆਖਿਆ ਸਾਡਾ ਕੋਈ ਹੱਲ ਜ਼ਰੂਰ ਕੱਢ, ਅਸੀਂ ਬਿਜ਼ਤ ਵੀ ਨਾ ਹੋਈਏ ਤੇ ਖਜ਼ਾਨਾ ਹੀ ਵਾਪਸ ਹੋ ਜਾਏ। ਉਸ ਆਖਿਆ ਖਜ਼ਾਨਾ ਵੀ ਬਾਦਸ਼ਾਹ ਦਾ ਤੁਸੀਂ ਵਾਪਸ ਕਰੋਗੇ, ਤੁਸੀਂ ਬਿਜ਼ਤ ਵੀ ਨਹੀਂ ਹੋਗੇ, ਤੁਹਾਨੂੰ ਇਨਾਮ ਵੀ ਲੈ ਕੇ ਦਿਆਂਗਾ। ਉਹ ਬੜੇ ਰਾਜ਼ੀ ਹੋਏ। ਉਸ ਆਖਿਆ ਵੀ ਵਾਕਈ ਸਿਆਣਾ ਬੰਦਾ। ਉਹ ਗਿਆ ਬਾਦਸ਼ਾਹ ਦੀ ਖਿਦਮਤ ਤੇ ਸਵੇਰ ਹੋ ਗਈ, ਮਜਮਾ ਲੱਗ ਗਿਆ, 8ਵਾਂ ਦਿਨ ਸੀ। ਉਹ ਵਜ਼ੀਰ ਨੇ ਆਖਿਆ ਵੀ ਬਾਦਸ਼ਾਹ ਸਲਾਮਤ 8 ਬੰਦੇ ਬੁਲਾਓ ਜਿਹੜਾ ਖਜ਼ਾਨਾ ਚੁੱਕ ਕੇ ਲਿਆਣ, ਮੈਨੂੰ ਪਤਾ ਕਿਹੜੀ ਜਗ੍ਹਾ ਤੇ ਪਿਆ ਹੋਇਆ ਖਜ਼ਾਨਾ। ਹੁਣ ਉਹ ਵਜ਼ੀਰ ਨੇ ਉਹਨਾਂ 8 ਬੰਦਿਆਂ ਨੂੰ ਇਹ ਗੱਲ ਕਰ ਦਿੱਤੀ ਸੀ ਕਿ ਜਦੋਂ ਬਾਦਸ਼ਾਹ ਸਲਾਮਤ ਸਵੇਰੇ 8 ਮਜ਼ਦੂਰਾਂ ਦਾ ਨਾਂ ਲਵੇ ਨਾ, ਤੇ ਤੁਸੀਂ ਪਹਿਲਾਂ ਆ ਜਾਣਾ ਮਜਮੇ ਦੇ ਵਿੱਚ। ਉਹਨੇ ਆਖਿਆ ਠੀਕ ਹੈ। ਉਹ ਜਨਾਬ ਉਹ 8 ਮਜ਼ਦੂਰਾਂ ਦਾ ਜਦੋਂ ਬਾਦਸ਼ਾਹ ਨੇ ਨਾਂ ਲਿਆ ਨਾ, ਤੇ ਉਹ ਜਿਹੜੇ 8 ਉਹ ਹੀ ਚੋਰ ਸਨ, ਉਹ ਹੀ ਮਜ਼ਦੂਰ ਬਣ ਕੇ ਤੇ ਸਾਹਮਣੇ ਆ ਗਏ। ਉਹਨਾਂ ਕਹਾ ਜੀ ਅਸੀਂ ਲੈ ਕੇ ਆਉਂਦੇ ਹਾਂ ਖਜ਼ਾਨਾ, ਕਿੱਥੇ ਪਿਆ ਹੈ। ਪਤਾ ਤੇ ਉਹਨਾਂ ਨੂੰ ਆਇਆ ਸੀ ਨਾ ਜਿੱਥੇ ਜਿੱਥੇ ਪਿਆ ਸੀ। ਇਸ ਇਸ਼ਾਰਾ ਕੀਤਾ ਵਜ਼ੀਰ ਨੇ, ਜਾਓ ਲੈ ਕੇ ਆਓ। ਉਹ 8 ਮਜ਼ਦੂਰ ਗਏ। ਉਹਨਾਂ ਜਾ ਕੇ ਨਾ ਤੇ ਉਹ ਜਿੰਨਾ ਖਜ਼ਾਨਾ ਹੈ ਸੀ ਨਾ, ਸਾਰਾ ਲਿਆ ਕੇ ਬਾਦਸ਼ਾਹ ਦੀ ਖਿਦਮਤ ਵਿੱਚ ਹਾਜ਼ਰ ਕਰ ਦਿੱਤਾ। ਬਾਦਸ਼ਾਹ ਨੇ ਖਜ਼ਾਨੇ ਵੱਲ ਵੇਖਿਆ ਤੇ ਬੜਾ ਰਾਜ਼ੀ ਹੋਇਆ, ਖੁਸ਼ ਹੋਇਆ। ਉਸ ਆਖਿਆ ਚਲੋ ਕੋਈ ਗੱਲ ਨਹੀਂ, ਚੋਰ ਨਹੀਂ ਲੱਭੇ, ਖਜ਼ਾਨਾ ਤੇ ਲੱਭਿਆ ਨਾ, ਤੇ ਸਾਡੇ ਲਈ ਇਹ ਹੀ ਬੜਾ। ਹੁਣ ਬਾਦਸ਼ਾਹ ਬੜਾ ਰਾਜ਼ੀ ਹੋਇਆ, ਖੁਸ਼ ਹੋਇਆ। ਉਸ ਆਖਿਆ ਵਜ਼ੀਰ ਤੇਰੇ ਵਰਗੇ ਵਜ਼ੀਰ ਹੋਣ ਨਾ ਤੇ ਬਾਦਸ਼ਾਹਾਂ ਨੂੰ ਕਦੀ ਘਾਟੇ ਨਹੀਂ ਪੈਂਦੇ, ਤੇ ਯਾਰ ਤੂੰ ਤੇ ਕਮਾਲ ਦਾ ਬੰਦਾ, ਮੈਂ ਦੱਸ ਤੈਨੂੰ ਕੀ ਇਨਾਮ ਚਾਹੀਦਾ। ਉਸ ਆਖਿਆ ਨਹੀਂ ਮੈਨੂੰ ਇਨਾਮ ਕੋਈ ਨਹੀਂ ਚਾਹੀਦਾ, ਇਸ ਵਾਰੀ ਤੁਸੀਂ ਇਨਾਮ ਇਹਨਾਂ ਮਜ਼ਦੂਰਾਂ ਨੂੰ ਦੇ ਦਿਓ। ਬਾਦਸ਼ਾਹ ਨੇ ਆਖਿਆ ਲੈ ਬਈ 10ਵਾਂ ਹਿੱਸਾ ਇਨਾਮ ਦਾ ਇਸ ਖਜ਼ਾਨੇ ਦੇ ਵਿੱਚੋਂ ਇਹਨਾਂ ਮਜ਼ਦੂਰਾਂ ਨੂੰ ਦਿੱਤਾ ਜਾਵੇ। ਉਹ ਮਜ਼ਦੂਰਾਂ ਨੇ ਜਨਾਬ 10ਵਾਂ ਹਿੱਸਾ ਲਿਆ ਤੇ ਬੜੇ ਰਾਜ਼ੀ ਖੁਸ਼ੀ ਚਲੇ ਗਏ। ਇਹਨੂੰ ਵੀ ਬਾਦਸ਼ਾਹ ਨੇ ਫਿਰ ਵੀ ਇਨਾਮ ਕਰਾਮ ਦੇ ਦਿੱਤਾ, ਘਰ ਆ ਗਿਆ। ਬੀਵੀ ਨੂੰ ਆਂਦਾ ਅੱਲਾ ਦੀ ਇਹ ਬੰਦੀਏ, ਇਹ ਨਾ ਹੁਣ ਤੀਸਰਾ ਚੌਥਾ ਤੁੱਕਾ ਜਿਹੜਾ ਲੱਗ ਗਿਆ, ਤੇ ਦੌਲਤ ਵੀ ਢੇਰ ਇਕੱਠੀ ਹੋ ਗਈ। ਉਹਨੇ ਸਾਰਾ ਕੁਝ ਵੇਚੀਏ ਵਟੀਏ ਤੇ ਨਿਕਲੀਏ ਸ਼ਹਿਰ ਚੋਂ ਬਾਹਰ, ਬਾਦਸ਼ਾਹ ਤੋਂ ਚੋਰੀ। ਇਹ ਕੋ ਅੱਗੋਂ ਫਸ ਗਏ ਤੇ ਅੱਗੋਂ ਸਜ਼ਾਏ ਮੌਤ ਹੀ ਹੋਣੀ ਹੈ। ਉਸ ਆਖਿਆ ਠੀਕ ਹੈ। ਉਹ ਬਿਰੰਗੀ ਜਾਇਦਾਦਾਂ ਦੇ ਮਾਲਕ ਜੋ ਬਣ ਗਏ ਸਨ, ਉਹਨਾਂ ਹਰ ਸ਼ਹਿਰ ਵੇਚੀ ਵਟੀ ਕੋ 2-4 ਦਿਨਾਂ ਦੇ ਵਿੱਚ ਨਾ, ਇੱਕ ਦਿਨ ਰਾਤ ਨੂੰ ਨਿਕਲ ਗਏ। ਉਹ ਕਿਸੇ ਬੰਦੇ ਨੂੰ ਪਤਾ ਲੱਗ ਗਿਆ, ਬਾਦਸ਼ਾਹ ਦਾ ਵਜ਼ੀਰ ਉਹ ਬੜਾ ਮਸ਼ਹੂਰ ਸੀ। ਉਹ ਜਾ ਕੇ ਬਾਦਸ਼ਾਹ ਨੂੰ ਦੱਸਿਆ। ਉਸ ਆਖਿਆ ਵੀ ਤੇਰਾ ਵਜ਼ੀਰ ਨਸਦਾ ਫਿਰਦਾ। ਉਹ ਬਾਦਸ਼ਾਹ ਨੇ ਵਿੱਚ ਫੌਜ ਲਾਈ। ਉਹਨੇ ਫੜ ਕੇ ਆਂਦਾ ਫੌਜ ਨੇ ਬਾਦਸ਼ਾਹ ਦੀ ਖਿਦਮਤ ਵਿੱਚ ਪੇਸ਼ ਕੀਤਾ ਕਿ ਹਾਂ ਵੀ ਦੱਸੋ। ਬਾਦਸ਼ਾਹ ਨੇ ਕਿਹਾ ਹਾਂ ਵੀ ਦੱਸ ਵਜ਼ੀਰਾ ਕਿੱਥੇ ਜਾ ਰਿਹਾ। ਉਸ ਆਖਿਆ ਬਾਦਸ਼ਾਹ ਸਲਾਮਤ ਜਾਣਾ ਕਿੱਥੇ, ਸੱਚੀ ਗੱਲ ਇਹ ਵੇ ਕਿ ਮੇਰੇ ਕੋਲ ਕੋਈ ਕਰਾਮਤ ਨਹੀਂ, ਤੇ ਕੋਈ ਮੈਂ ਐਡਾ ਸਿਆਣਾ ਤੇ ਦਨਾ ਬੰਦਾ ਨਹੀਂ, ਮੈਂ ਪੜਿਆ ਲਿਖਿਆ ਵੀ ਕੋਈ ਨਹੀਂ, ਮੇਰੇ 'ਚ ਕੋਈ ਅਕਲ ਨਹੀਂ। ਆ ਜਿਹੜੇ ਕੋ 2-4 ਵਾਕਿਏ ਹੋਏ ਨੇ ਨਾ, ਮੇਰੀਆਂ ਅੱਖਾਂ ਦੇ ਸਾਹਮਣੇ ਹੋਏ ਨੇ। ਅੱਲਾ ਨੇ ਤੁੱਕਾ ਲਾਇਆ ਤੇ ਮੈਂ ਤੁੱਕੇ ਜਿਹੜੇ ਨੇ ਨਾ, ਉਹ ਤੇਰੇ ਸਾਹਮਣੇ ਸੱਚ ਸਾਬਤ ਹੋ ਗਏ ਨੇ, ਤੇ ਸਾਰੀ ਜ਼ਿੰਦਗੀ ਤੁੱਕੇ ਨਹੀਂ ਲੱਗਦੇ ਹੁੰਦੇ, ਤੇ ਮੈਂ ਇਸ ਵਾਸਤੇ ਜਾ ਰਿਹਾ। ਉਹ ਬਾਦਸ਼ਾਹ ਨੂੰ ਜਦੋਂ ਸਾਰੀ ਹਕੀਕਤ ਦਾ ਮਾਲੂਮ ਹੋਇਆ ਨਾ, ਉਸ ਆਖਿਆ ਵੀ ਕੋਈ ਗੱਲ ਨਹੀਂ, ਕਈ ਬੰਦੇ ਮੁਕੱਦਰਾਂ ਵਾਲੇ ਏਡੇ ਹੁੰਦੇ ਨੇ ਕਿ ਉਹਨਾਂ ਦੇ ਤੁੱਕੇ ਲੱਗ ਜਾਣ ਤੇ ਬਾਦਸ਼ਾਹੀਆਂ ਸਲਾਮਤ ਰਹਿੰਦੀਆਂ ਨੇ।
ਲਿਹਾਜ਼ਾ ਤੂੰ ਅੱਜ ਵੀ ਮੇਰਾ ਖਾਸ ਵਜ਼ੀਰ ਹੀ ਰਹੋ, ਲੇਕਿਨ ਅਸੀਂ ਕੋਈ ਸਿਆਣਾ ਬੰਦਾ ਲੱਭ ਲੈਨੇ ਆ ਪੜਿਆ ਲਿਖਿਆ, ਕੋਈ ਗੱਲ ਨਹੀਂ, ਲੇਕਿਨ ਵਜ਼ੀਰ ਤੂੰ ਹੀ ਰਹੇਗਾ ਸਾਡਾ। ਤੇਰੀ ਨੌਕਰੀ ਤੇਰੀ ਤਨਖਾਹ ਹਰ ਸ਼ੈ ਬਹਾਲ ਰਵੇਗੀ। ਹੋ ਸਕਿਆ ਠੀਕ ਹੋ ਗਿਆ। ਲੋ ਜੀ, ਗੱਲ ਕਰਨ ਦਾ ਮਕਸਦ ਇੰਨਾ ਕੁ ਹੈ ਕਿ ਅੱਲਾਹ ਪਾਕ ਦੀ ਜ਼ਾਤ ਜਦੋਂ ਦਿਨ ਬਦਲਣ ਤੇ ਹੁੰਦੀ ਹੈ ਨਾ, ਤੇ ਉਦੋਂ ਤੁੱਕੇ ਲਵਾਉਂਦੀ ਹੈ।